नमस्कार साथियों। पंजाबी ਸਾਹਿਤ ਦੇ ਅੰਦਰ ਇੱਕ ਇੰਪੋਰਟੈਂਟ ਟੌਪਿਕ ਛੰਦ ਦਾ ਆਪਣਾ ਚੱਲ ਰਿਹਾ ਸੀ। ਹੁਣ ਤੱਕ ਆਪਾਂ ਜੋ ਪਿਛਲੀਆਂ ਕਲਾਸਾਂ ਦੇ ਅੰਦਰ ਛੰਦ ਦੇ ਬਾਰੇ ਦੇਖਿਆ, ਉਸ ਦੇ ਅੰਦਰ ਛੰਦ ਦੇ ਕੁਝ ਨਿਯਮਾਂ ਦੇ ਬਾਰੇ ਜਾਣਿਆ ਸੀ, ਛੰਦ ਦੀ ਪਰਿਭਾਸ਼ਾ ਦੇਖੀ ਸੀ, ਛੰਦ ਕੀ ਹੁੰਦਾ ਹੈ, ਇਹ ਗੱਲਾਂ ਸਿੱਖੀਆਂ ਸਨ। ਮੈਨੂੰ ਲੱਗਦਾ ਹੈ ਕਿ ਸਾਰੇ ਵਿਦਿਆਰਥੀਆਂ ਨੂੰ ਇਹ ਗੱਲਾਂ ਤਾਂ ਪਤਾ ਚੱਲ ਹੀ ਗਈਆਂ ਹੋਣਗੀਆਂ ਕਿ ਛੰਦ ਦੇ ਲਈ, ਇੱਕ ਛੰਦ ਦੀ ਪਹਿਚਾਣ ਕਰਨ ਦੇ ਲਈ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਜ਼ਰੂਰੀ ਨੇ। ਸਭ ਤੋਂ ਪਹਿਲੇ ਗੱਲ ਆ ਜਾਂਦੀ ਹੈ ਕਿ ਛੰਦ ਦੀ ਪਹਿਚਾਣ ਕਰਨਾ ਕਿ ਉਹ ਛੰਦ ਕਿਹੜੇ ਪ੍ਰਕਾਰ ਦਾ ਹੈ। ਉਹ ਵਰਣਿਕ ਹੈ, ਉਹ ਮਾਤਰਿਕ ਹੈ ਜਾਂ ਫਿਰ ਗਣਿਤ ਹੈ। ਉਸ ਤੋਂ ਬਾਅਦ 'ਚ ਗੱਲ ਆ ਜਾਂਦੀ ਹੈ ਛੰਦ ਦੇ ਨਿਯਮਾਂ ਦੀ ਗੱਲ, ਕਿ ਅਗਰ ਸਾਨੂੰ ਇਹ ਪਤਾ ਚੱਲ ਗਿਆ ਕਿ ਇਹ ਵਰਣਿਕ ਛੰਦ ਹੈ ਤਾਂ ਉਸ ਦੇ ਅੰਦਰ ਵਰਨਾਂ ਦਾ ਕਿਹੜਾ ਵਿਧਾਨ ਹੈ ਜਿਸ ਨਾਲ ਅਸੀਂ ਉਸ ਛੰਦ ਦੀ ਪਹਿਚਾਣ ਕਰ ਸਕੀਏ। ਜਿਹੜੇ ਮੇਰੇ ਸਾਥੀਆਂ ਨੇ ਇਸ ਤਰੀਕੇ ਦੇ ਜਿਹੜੇ ਵੀਡੀਓ ਨਹੀਂ ਦੇਖੇ ਤਾਂ ਉਹ ਚੈਨਲ ਦੀ ਪਲੇਲਿਸਟ ਦੇ ਅੰਦਰ ਜਾ ਕੇ ਦੇਖ ਸਕਦੇ ਨੇ, ਉੱਥੇ ਆਪ ਨੂੰ ਉਹ ਮਿਲ ਜਾਣਗੇ। ਅਤੇ ਅੱਜ ਆਪਾਂ ਇੱਕ ਨਵੇਂ ਛੰਦ ਦੇ ਬਾਰੇ ਜਾਣਕਾਰੀ ਹਾਸਿਲ ਕਰਨੀ ਹੈ, ਉਹ ਹੈ ਆਪਣਾ ਕਵਿਤ ਛੰਦ। ਕਵਿਤ ਛੰਦ ਹੈ ਜਿਹੜਾ ਪੰਜਾਬੀ ਦੇ ਸਿਰਮੌਰ ਛੰਦਾਂ ਦੇ ਅੰਦਰੋਂ ਇੱਕ ਛੰਦ ਮੰਨਿਆ ਜਾਂਦਾ ਹੈ। ਸਭ ਤੋਂ ਪਹਿਲੇ ਆਪਾਂ ਜਾਣਨਾ ਹੈ ਕਿ ਇਸ ਦੇ ਲੱਛਣ ਕੀ ਨੇ, ਯਾਨੀ ਕਵਿਤ ਛੰਦ ਦੀ ਪਹਿਚਾਣ ਦੇ ਲਈ ਆਪਾਂ ਨੂੰ ਕਿਹੜੀਆਂ-ਕਿਹੜੀਆਂ ਉਹ ਖੂਬੀਆਂ ਨੇ, ਕਿਹੜੀਆਂ-ਕਿਹੜੀਆਂ ਉਹ ਜ਼ਰੂਰੀ ਗੱਲਾਂ ਨੇ ਜਿਨ੍ਹਾਂ ਨੂੰ ਆਪਾਂ ਨੂੰ ਦੇਖਣਾ ਜ਼ਰੂਰੀ ਬਣਦਾ ਹੈ। ਤਾਂ ਸਭ ਤੋਂ ਪਹਿਲੇ ਤਾਂ ਆਪਾਂ ਕਵਿਤ ਛੰਦ ਦੇ ਉਹ ਲੱਛਣਾਂ ਨੂੰ ਦੇਖਾਂਗੇ। ਕਵਿਤ ਇੱਕ ਵਰਣਿਕ ਛੰਦ ਹੈ, ਤਾਂ ਇਸ ਦੇ ਸ਼ੁਰੂ ਦੇ ਅੰਦਰ ਹੀ ਇਹ ਗੱਲ ਆ ਗਈ ਸਾਥੀਓ ਕਿ ਕਵਿਤ ਕਿਹੜਾ ਛੰਦ ਹੈ, ਉਹ ਵਰਣਿਕ ਹੈ। ਯਾਨੀ ਆਪਾਂ ਇਸ ਦੇ ਅੰਦਰ ਵਰਨਾਂ ਦਾ ਧਿਆਨ ਰੱਖਣਾ ਹੈ, ਨਾ ਕਿ ਮਾਤਰਾ ਦਾ ਰੱਖਣਾ ਹੈ। ਇਸ ਵਿੱਚ 4 ਲੰਮੀਆਂ ਤੁਕਾਂ ਹੁੰਦੀਆਂ ਨੇ। ਤੁਕਾਂ ਦੇ ਬਾਰੇ ਸਾਥੀਓ ਮੈਂ ਇਸ ਤੋਂ ਪਹਿਲੇ ਵਾਲੇ ਛੰਦ ਵਾਲੇ ਵੀਡੀਓ ਨੇ ਉਸ ਦੇ ਅੰਦਰ ਵਰਣਿਕ ਦੇ ਬਾਰੇ ਸਮਝਾਇਆ ਹੋਇਆ ਹੈ, ਲੰਮੀਆਂ ਤੁਕਾਂ ਤਾਂ ਤੁਕ ਦੇ ਬਾਰੇ ਵੀ ਸਮਝਾਇਆ ਹੋਇਆ ਹੈ। ਇਸ ਤੋਂ ਇਲਾਵਾ ਵਿਸ਼ਰਾਮ, ਗਣ, ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਪਾਂ ਪਿਛਲੇ ਵੀਡੀਓ ਦੇ ਅੰਦਰ ਦੇਖੀਆਂ ਸਨ। ਜਿਹੜੇ ਮੇਰੇ ਸਾਥੀਆਂ ਨੇ ਨਹੀਂ ਦੇਖਿਆ ਉਹ ਜ਼ਰੂਰ ਦੇਖ ਲੈਣ, ਕਿਉਂਕਿ ਇਹ ਛੰਦ ਫਿਰ ਹੀ ਸਮਝ ਦੇ ਅੰਦਰ ਆ ਸਕਦਾ ਹੈ ਜੇਕਰ ਤੁਸੀਂ ਪਿਛਲੇ ਛੰਦ ਦੇ ਬਾਰੇ 2 ਵੀਡੀਓ ਦੇਖੇ ਨੇ ਅਤੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਸਮਝੇ ਨੇ। ਸਮਝਣ ਤੋਂ ਬਾਅਦ ਹੀ ਇਹ ਗੱਲਾਂ ਪਤਾ ਚੱਲ ਸਕਦੀਆਂ। ਤਾਂ ਹੁਣ ਆਪਾਂ ਗੱਲ ਕਰ ਰਹੇ ਸੀ ਕਵਿਤ ਛੰਦ ਦੀ। ਤਾਂ ਪਹਿਲੀ ਗੱਲ ਤਾਂ ਇਹ ਹੈ ਕਿ ਕਵਿਤ ਛੰਦ ਹੈ ਜਿਹੜਾ ਉਹ ਇੱਕ ਵਰਣਿਕ ਛੰਦ ਹੈ। ਅਤੇ ਦੂਜੀ ਗੱਲ ਆ ਜਾਂਦੀ ਹੈ ਕਿ ਇਹਦੇ ਅੰਦਰ 4 ਲੰਬੀਆਂ ਤੁਕਾਂ ਹੁੰਦੀਆਂ ਨੇ। ਕਿੰਨੀਆਂ ਤੁਕਾਂ ਹੁੰਦੀਆਂ ਨੇ? 4 ਹੁੰਦੀਆਂ ਨੇ, ਅਤੇ ਤੁਕਾਂ ਦੀ ਲੰਬਾਈ ਵੀ ਕਾਫੀ ਹੁੰਦੀ ਹੈ। ਫਿਰ ਇਸ ਤੋਂ ਬਾਅਦ 'ਚ ਗੱਲ ਆ ਜਾਂਦੀ ਹਰ ਤੁਕ ਵਿੱਚ 4 ਵਿਸ਼ਰਾਮ ਹੁੰਦੇ ਨੇ। ਯਾਨੀ ਉਸ ਤੋਂ ਬਾਅਦ 'ਚ ਜਿਹੜੀ ਖੂਬੀ ਆ ਗਈ ਇਸ ਦੀ ਇਹ ਹੈ ਕਿ ਹਰ ਇੱਕ ਲੰਬੀ ਤੁਕ ਦੇ ਅੰਦਰ 4 ਆਪਾਂ ਨੂੰ ਵਿਸ਼ਰਾਮ ਮਿਲਦੇ ਨੇ। 4 ਵਿਸ਼ਰਾਮ ਦੀ ਜਿਹੜੀ ਆਪਣੀ ਗੱਲ ਆਈ ਸੀ ਤਾਂ ਉਹ ਕੋਮਾ ਵਾਲੀ ਗੱਲ ਆਈ ਸੀ, ਜਾਂ ਫਿਰ ਇਸ ਤਰ੍ਹਾਂ ਕਹੋ ਕਿ ਇਸ ਵਿੱਚ ਹਰ ਤੁਕ ਦੇ 2-2 ਚਰਨ ਹੁੰਦੇ ਨੇ, ਜਾਂ ਫਿਰ ਇਹਨੂੰ ਆਪਾਂ ਦੂਜੇ ਸ਼ਬਦਾਂ 'ਚ ਇਹ ਕਹਿ ਸਕਦੇ ਹਾਂ ਕਿ ਇੱਕ ਤੁਕ ਦੇ 2-2 ਚਰਨ ਬਣਾ ਸਕਦੇ ਹਾਂ। 2 ਚਰਨਾਂ ਦੇ ਅੰਦਰ ਫਿਰ ਡਿਵਾਈਡ ਹੋ ਕੇ ਉਹ ਤੁਕ ਕੰਪਲੀਟ ਹੁੰਦੀ ਹੈ, ਅਤੇ ਹਰ ਚਰਨ ਵਿੱਚ 2 ਵਿਸ਼ਰਾਮ ਹੁੰਦੇ ਹਨ। ਯਾਨੀ ਹਰ ਜਿਹੜਾ ਚਰਨ ਹੈ ਉਹਦੇ ਅੰਦਰ 2 ਵਿਸ਼ਰਾਮ ਆ ਜਾਂਦੇ ਨੇ। ਯਾਨੀ ਕਹਿਣ ਦਾ ਮਤਲਬ ਵੀ ਇੱਕ ਜਿਹੜੀ ਆਪਣੇ ਕੋਲ ਤੁਕ ਹੁੰਦੀ ਹੈ ਉਸ ਨੂੰ 2 ਚਰਨਾਂ 'ਚ ਵੰਡਿਆ ਹੈਗਾ ਅਤੇ ਇੱਕ ਚਰਨ ਨੂੰ 2 ਵਿਸ਼ਰਾਮਾਂ 'ਚ ਵੰਡਿਆ ਗਿਆ ਹੈ। ਹਰ ਤੁਕ ਅਤੇ 4 ਵਿਸ਼ਰਾਮਾਂ ਨੂੰ ਤੁਕਾਂਗ ਕਹਿ ਸਕਦੇ ਹਾਂ। ਯਾਨੀ ਜਿਹੜੇ ਪ੍ਰਤੇਕ ਤੁਕ ਹੈ ਉਹਦੇ ਜਿਹੜੇ ਜਿੰਨੇ ਵੀ ਵਿਸ਼ਰਾਮ ਆ ਜਾਂਦੇ ਨੇ ਤਾਂ ਉਹਨਾਂ ਨੂੰ ਆਪਾਂ ਕੀ ਕਹਾਂਗੇ? ਤੁਕਾਂਗ, ਯਾਨੀ ਤੁਕ ਦਾ ਅੰਗ। ਤੁਕ ਦਾ ਅੰਗ ਕਹਾਂਗੇ ਸਾਥੀਓ, ਤੁਕਾਂਗ ਕਹਾਂਗੇ। ਤੁਕਾਂਗ ਦਾ ਟੌਪਿਕ ਮੈਂ ਪਿਛਲੀ ਕਲਾਸ ਦੇ ਅੰਦਰ ਸਮਝਾਇਆ ਸੀ। ਮੈਨੂੰ ਲੱਗਦਾ ਕਿ ਸਭ ਨੂੰ ਉਹ ਚੇਤੇ ਹੋਏਗਾ, ਕਿਉਂਕਿ ਇਹ ਛੰਦ, ਰਸ, ਅਲੰਕਾਰ ਇੱਦਾਂ ਦਾ ਟੌਪਿਕ ਹੈ ਪੰਜਾਬੀ ਸਾਹਿਤ ਦੇ ਅੰਦਰ। ਪੰਜਾਬੀ ਸਾਹਿਤ ਦੇ ਅੰਦਰ ਹੀ ਨਹੀਂ ਕਹਾਂਗਾ ਮੈਂ, ਹੋਰ ਵੀ ਸਾਹਿਤਾਂ ਦੇ ਅੰਦਰ ਹੀ ਇਸੇ ਤਰੀਕੇ ਦੇ ਟੌਪਿਕ ਨੇ ਕਿ ਇਹਨਾਂ ਨੂੰ ਬੜਾ ਹੀ ਅਸੀਂ ਗਹਿਰਾਈ ਨਾਲ ਸਮਝਾਈਏ ਫਿਰ ਹੀ ਸਾਡੇ ਸਮਝ ਆ ਸਕਦੇ। ਜੇਕਰ ਅਸੀਂ ਇਹਨਾਂ ਪੁਆਇੰਟਾਂ ਨੂੰ ਹਲਕੇ 'ਚ ਲੈਣ ਦੀ ਕੋਸ਼ਿਸ਼ ਕਰਾਂਗੇ ਤਾਂ ਅਸੀਂ ਬਹੁਤ ਸਾਰੀਆਂ ਗਲਤੀਆਂ ਕਰ ਬੈਠਾਂਗੇ। ਤਾਂ ਆਪਣੇ ਕੋਲ ਕੁਝ ਇਹ ਗੱਲਾਂ ਆ ਗਈਆਂ ਕਿ ਇਹ ਕਵਿਤ ਜਿਹੜਾ ਛੰਦ ਹੈ ਉਹ ਵਰਣਿਕ ਹੈ। ਇਹਦੀਆਂ 4 ਲੰਬੀਆਂ ਤੁਕਾਂ ਹੁੰਦੀਆਂ ਨੇ। ਹਰ ਇੱਕ ਲੰਬੀ ਤੁਕ ਦੇ ਅੰਦਰ 2 ਚਰਨ ਹੁੰਦੇ ਨੇ ਅਤੇ 4 ਵਿਸ਼ਰਾਮ ਹੁੰਦੇ ਨੇ। ਇਹ ਸਧਾਰਨ ਦੀਆਂ ਗੱਲਾਂ ਜਿਹੜੀਆਂ ਆਪਾਂ ਨੂੰ ਯਾਦ ਹੋਣੀਆਂ ਚਾਹੀਦੀਆਂ ਕਵਿਤ ਛੰਦ ਦੀ ਪਹਿਚਾਣ ਕਰਨ ਦੇ ਲਈ। ਯਾਨੀ ਇਹ ਕਹੇ ਕਿ ਆਪਾਂ ਇਹਨੂੰ ਕੋਈ ਕਾਵਿ ਟੋਟਾ ਦੇ ਦਿੱਤਾ ਕਿ ਇਹ ਪਹਿਚਾਣ ਕਰਨਾ ਵੀ ਇਹ ਕਿਹੜਾ ਛੰਦ ਹੈ, ਤਾਂ ਆਪਾਂ ਕਵਿਤ ਛੰਦ ਦੇ ਨਿਯਮ ਉਸ ਦੇ ਉੱਪਰ ਲਾਗੂ ਕਰਕੇ ਦੇਖਾਂਗੇ। ਸਭ ਤੋਂ ਪਹਿਲੇ ਤਾਂ ਦੇਖਾਂਗੇ ਕਿ ਉਹ ਵਰਣਿਕ ਹੈ।
फिर उस तो बाद उस ਦੀਆਂ 4 ਤੁਕਾਂ ਦੇਖਾਂਗੇ। 4 ਤੁਕਾਂ ਦੇਖਣ ਤੋਂ ਬਾਅਦ ਦੇਖਾਂਗੇ ਕਿ 4 ਲੰਬੀਆਂ ਤੁਕਾਂ ਹੋਣ ਤੋਂ ਬਾਅਦ ਵੀ ਆਪਣੇ ਕੋਲੇ ਹਰ ਤੁਕ ਦੇ ਅੰਦਰ 4 ਵਿਸ਼ਰਾਮ ਤੇ 2 ਚਰਨ ਮਿਲ ਰਹੇ ਹੈ ਜਾਂ ਨਹੀਂ ਮਿਲ ਰਹੇ ਹੈ, ਤੇ ਚਾਰੇ ਵਿਸ਼ਰਾਮਾਂ ਨੂੰ ਤੁਕਾਂਗ ਆਪਾਂ ਕਹਿ ਕੇ ਫਿਰ ਉਸ ਦੀ ਜਿਹੜੇ ਪਹਿਚਾਣ ਹੈ ਆਪਾਂ ਕਵਿਤ ਦੇ ਤੌਰ ਤੇ ਕਰਨੀ ਸ਼ੁਰੂ ਕਰ ਦਿੰਦੇ ਹਾਂ। ਹੁਣ ਗੱਲ ਆ ਗਈ ਇਸ ਤੋਂ ਅੱਗੇ ਦੀ। ਹਰੇਕ ਤੁਕ ਦੇ 4 ਤੁਕਾਂਗਾਂ ਵਿੱਚੋਂ ਪਹਿਲੇ 3 ਤੁਕਾਂਗਾਂ ਵਿੱਚ 8-8 ਵਰਨਾਂ ਦਾ ਵਿਧਾਨ ਹੁੰਦਾ ਹੈ। ਯਾਨੀ ਇਹਦੇ ਅੰਦਰ ਨਿਯਮ ਇਹ ਦਿੱਤਾ ਗਿਆ ਹੈ ਕਿ ਕਵਿਤ ਛੰਦ ਦੇ 4 ਜਿਹੜੇ ਤੁਕਾਂਗਾਂ ਨੇ, ਹਰ ਤੁਕ ਹੈ ਜਿਹੜੀ ਉਹਦੇ 4 ਤੁਕਾਂਗਾਂ ਵਿੱਚੋਂ ਪਹਿਲੇ 3 ਤੁਕਾਂਗ ਆ ਗਏ, ਉਹਦੀ ਹਰ ਜਿਹੜੇ ਵਰਨ ਨੇ ਉਹਨਾਂ ਵਰਨਾਂ ਦੀ ਗਿਣਤੀ ਹੈ ਜਿਹੜੀ ਆਪਾਂ ਕਰਦੇ ਹਾਂ ਤਾਂ ਉਹ ਆਪਣੇ ਕੋਲੇ 8-8 ਆ ਜਾਂਦੀ ਹੈ। ਪਰ ਜਿਹੜਾ ਆਪਣੇ ਕੋਲੇ ਚੌਥਾ ਤੁਕਾਂਗ ਆ ਜਾਂਦਾ ਹੈ, ਯਾਨੀ ਜਿਹੜਾ ਉਸ ਦਾ ਚੌਥਾ ਆਪਣੇ ਕੋਲ ਹਿੱਸਾ ਆ ਜਾਂਦਾ ਹੈ, ਤਾਂ ਉਸ ਦੇ ਅੰਦਰ ਸਾਥੀਓ 7 ਜਾਂ ਫਿਰ ਕਈ ਵਾਰ ਆਪਾਂ ਨੂੰ 8 ਵਰਨ ਵੀ ਮਿਲ ਜਾਂਦੇ ਨੇ। ਇਹ ਗੱਲਾਂ ਮੈਂ ਹੁਣ ਅੱਗੇ ਉਦਾਹਰਨ ਦੇ ਰਾਹੀਂ ਵੀ ਆਪਾਂ ਸਮਝਣੀਆਂ ਨੇ, ਕਿਉਂਕਿ ਐਗਜ਼ਾਮਪਲ ਦੇਖਾਂਗੇ ਨਾ ਤਾਂ ਉਦੋਂ ਇਹ ਗੱਲ ਕਲੀਅਰ ਹੋ ਜਾਏਗੀ ਕਿ ਇਹ ਕਿਸ ਤਰੀਕੇ ਦੇ ਨਾਲ ਹੈ। ਹੁਣ ਦੂਜੇ ਸ਼ਬਦਾਂ 'ਚ ਇਹਨੂੰ ਆਪਾਂ ਕਹਿ ਸਕਦੇ ਹਾਂ, ਅਰਥਾਤ ਹਰ ਤੁਕ ਵਿੱਚ 31 ਜਾਂ ਫਿਰ 32 ਵਰਨ ਹੁੰਦੇ ਨੇ। ਹੁਣ 31 ਵਰਨ ਕਿਵੇਂ ਹੋਣਗੇ? 8 + 8 + 8 + 7, ਯਾਨੀ ਆਪਣੇ ਕੋਲੇ ਜਿਹੜੀ ਨਿਯਮ ਆਇਆ ਸੀ ਨਾ ਕਿ ਪਹਿਲੇ ਦੇ ਅੰਦਰ 8 ਹੋਣਗੇ, ਦੂਜੇ ਦੇ ਅੰਦਰ 8, ਤੀਜੇ ਦੇ ਅੰਦਰ 8, ਚੌਥੇ ਦੇ ਅੰਦਰ 7 ਵੀ ਹੋ ਸਕਦੇ ਨੇ ਤੇ ਚੌਥੇ ਦੇ ਅੰਦਰ 8 ਵੀ ਹੋ ਸਕਦੇ ਨੇ। ਚਾਹੇ 7 ਹੋਣ ਚਾਹੇ 8 ਹੋਣ, ਤੁਹਾਡੇ ਕੋਲੇ ਜੋੜ ਜਦੋਂ ਉਹਦਾ 31 ਜਾਂ ਫਿਰ 32 ਆ ਰਿਹਾ ਵਰਨਾਂ ਦਾ, ਤਾਂ ਇਹ ਸਮਝ ਲਓ ਕਿ ਇਹ ਕਿਹੜਾ ਛੰਦ ਹੈ? ਇਹ ਕਵਿਤ ਛੰਦ ਹੈ। ਤੁਕਾਂਤ ਮੇਲ ਚਾਰੋਂ ਤੁਕਾਂ ਦਾ ਸਮਾਨ ਰੂਪ ਵਿੱਚ ਹੁੰਦਾ। ਤੁਕਾਂਤ ਮੇਲ ਯਾਨੀ ਤੁਕ ਦਾ ਅੰਤ ਚਾਰੇ ਤੁਕਾਂ ਦਾ ਮੇਲ ਖਾਂਦਾ ਹੈ। ਇਹ ਗੱਲ ਵੀ ਇੱਕ ਨੋਟਿਸ ਕਰਨੀ ਹੈ, ਆਪਾਂ ਧਿਆਨ 'ਚ ਰੱਖਣੀ ਹੈ ਕਿ ਚਾਰੇ ਤੁਕਾਂ ਦਾ ਅੰਤ ਹੈ ਜਿਹੜਾ ਉਹ ਮੇਲ ਖਾਂਦਾ ਹੈ। ਮਾਲਵੇ ਦੀ ਕਵੀਸ਼ਰੀ ਵਿੱਚ ਕਵਿਤ ਛੰਦ ਬਹੁਤ ਪ੍ਰਚਲਿਤ ਰਿਹਾ ਹੈ। ਬਸ ਕਵਿਤ ਛੰਦ ਦੀ ਜਦੋਂ ਗੱਲ ਆ ਜਾਏ ਤਾਂ ਉਦੋਂ ਸਮਝੋ ਕਿ ਇਹ ਮਾਲਵੇ ਦੀ ਕਵੀਸ਼ਰੀ ਦਾ ਪ੍ਰਧਾਨ ਛੰਦ ਹੈ। ਤਾਂ ਇਹ ਆਪਾਂ ਕਵਿਤ ਛੰਦ ਦੇ ਕੁਝ ਲੱਛਣਾਂ ਦੀ ਗੱਲ ਕੀਤੀ ਸੀ। ਹੁਣ ਆਪਾਂ ਜਿਹੜੀ ਗੱਲ ਦੇਖਣੀ ਹੈ ਉਹ ਕਵਿਤ ਛੰਦ ਦੇ ਪਹਿਰੇ ਲੈ ਕੇ ਆਪਾਂ ਉਸ ਦੀ ਪਹਿਚਾਣ ਕਰਨੀ ਕਿ ਕਿਵੇਂ ਹੋਇਆ ਕਵਿਤ ਛੰਦ, ਉਹ ਗੱਲ ਦੀ ਪਹਿਚਾਣ ਕਰਨੀ ਹੈ। ਤਾਂ ਇਸ ਦੇ ਲਈ ਆਪਾਂ ਚੱਲਦੇ ਹਾਂ ਇੱਕ ਉਦਾਹਰਨ ਦੇ ਵੱਲ। ਆਪਣੇ ਕੋਲ ਇੱਕ ਪੰਜਾਬੀ ਦੇ ਕਵੀ ਸਰਫ ਦੀ ਕਵਿਤਾ ਦੀਆਂ ਇਹ ਤੁਕਾਂ ਨੇ। ਸਭ ਤੋਂ ਪਹਿਲੇ ਤਾਂ ਆਪਾਂ ਸਾਥੀਓ ਇਹਨਾਂ ਨੂੰ ਪੜ੍ਹਾਂਗੇ। ਪਹਿਲੇ ਪੂਰਾ ਕਾਵੀ ਟੋਟਾ ਹੀ ਪੜ੍ਹਾਂਗੇ, ਕਿਉਂਕਿ ਕੋਈ ਵੀ ਕਾਵੀ ਟੋਟਾ ਜਦੋਂ ਆਪਣੇ ਕੋਲ ਆ ਜਾਂਦਾ ਸਭ ਤੋਂ ਪਹਿਲੇ ਤਾਂ ਉਸ ਦਾ ਆਨੰਦ ਮਾਣੋ ਜੇਕਰ ਤੁਸੀਂ ਤਿਆਰੀ ਕਰ ਰਹੇ ਹੋ। ਪ੍ਰੀਖਿਆ ਦੇ ਅੰਦਰ ਆਪਣੇ ਕੋਲ ਹੁੰਦਾ ਹੈ ਕਿ ਪਹਿਲੀ ਵਾਰ ਉਸ ਕਾਵੀ ਟੋਟੇ ਨੂੰ ਪੜ੍ਹ ਕੇ ਦਿਮਾਗ ਦੇ ਅੰਦਰ ਉਸ ਦੀ ਸਟੋਰੀ ਸੈੱਟ ਕਰਨਾ ਕਿ ਇਸ ਦੇ ਬਾਰੇ ਪੁੱਛਿਆ ਕੀ ਤੇ ਆਪਾਂ ਦੱਸਣ ਕੀ ਚੱਲੇ ਹਾਂ। ਤਾਂ ਸਭ ਤੋਂ ਪਹਿਲੇ ਤਾਂ ਆਪਾਂ ਇਹ ਕਾਵੀ ਟੋਟਾ ਹੀ ਪੜ੍ਹਾਂਗੇ। ਜੇ ਤੂੰ ਪੰਧ ਜ਼ਿੰਦਗੀ ਦਾ ਸੌਖ ਨਾਲ ਕੱਟਣਾ ਏ, ਦੁਨੀਆ ਦੇ ਲੋਭ ਵਾਲੀ ਮੋਢਿਓਂ ਉਤਾਰ ਗੰਢ, ਪੱਲਾ ਫੜ ਘੁੱਟ ਕੇ ਤੂੰ ਜੱਗ ਵਿੱਚ ਇੱਕ ਦਾ ਹੀ, ਜਣੇ ਖਣੇ ਨਾਲ ਪਿਆ ਐਵੇਂ ਨਾ ਪਿਆਰ ਗੰਢ, ਭਲਾ ਰੱਬ ਆਸਰੇ ਨੂੰ ਜੱਗ ਦੀ ਮੁਥਾਜੀ ਦੀਏ, ਸਿਰ ਉੱਤੇ ਚੁੱਕਦਾ ਨਾ ਘੋੜੇ ਅਸਵਾਰ ਗੰਢ, ਘੁੱਟ ਘੁੱਟ ਪੱਲੇ ਬੰਨ ਕੰਮ ਸਾਰੇ ਨੇਕੀਆਂ ਦੇ, ਸੂਮ ਜਿਵੇਂ ਰੱਖਦਾ ਹੈ ਪੈਸਿਆਂ ਦੀ ਮਾਰ ਗੰਢ। ਬਹੁਤ ਹੀ ਵਧੀਆ ਹੈ ਅਤੇ ਬਹੁਤ ਹੀ ਇੱਕ ਆਪਾਂ ਨੂੰ ਸਕੂਨ ਦੇਣ ਵਾਲੀ ਇਹ ਕਵਿਤਾ ਹੈ, ਕਿ ਗਿਆਨ ਦੇਣ ਵਾਲੀ ਵੀ ਕਵਿਤਾ ਹੈ। ਆਪਾਂ ਇਹ ਕਹੀਏ ਇਸ ਦੀ ਸੁਰ ਹੈ ਜਿਹੜੀ ਬੜੀ ਮਨੁੱਖਤਾਵਾਦੀ ਸੋਚ ਨੂੰ ਇੱਕ ਉਜਾਗਰ ਕਰਨ ਵਾਲੀ ਗੱਲ ਹੈ। ਪਰ ਹੁਣ ਆਪਾਂ ਇਹ ਸਾਰੀਆਂ ਗੱਲਾਂ ਨਾ ਦੇਖਦੇ ਹੋਏ ਆਪਾਂ ਸਿਰਫ ਇਸ ਕਾਵੀ ਟੋਟੇ ਦੇ ਛੰਦ ਦੇ ਵੱਲ ਜਾਂਦੇ ਹਾਂ। ਹੁਣ ਛੰਦ ਦੇ ਵੱਲ ਜਦੋਂ ਜਾਂਦੇ ਹਾਂ ਤਾਂ ਆਪਾਂ ਨੇ ਕੋਲ ਇੱਕ ਕਵਿਤ ਛੰਦ ਦਾ ਇਹ ਉਦਾਹਰਨ ਹੈ। ਕਵਿਤ ਛੰਦ ਦੇ ਲਈ ਆਪਣੇ ਕੋਲ ਨਿਯਮ ਸੀ 31 ਜਾਂ 32 ਵਰਨ, ਵਰਨਿਕ ਸੀ, 4 ਲੰਬੀਆਂ ਤੁਕਾਂ ਸੀ, ਹਰ ਤੁਕ ਦੇ ਅੰਦਰ 4 ਵਿਸ਼ਰਾਮ ਸਨ ਤੇ 2-2 ਚਰਨ ਸਨ। ਤਾਂ ਸਭ ਤੋਂ ਪਹਿਲੇ ਤਾਂ ਆਪਾਂ ਦੇਖਣਾ ਹੈ ਕਿ ਇਹਦੇ ਅੰਦਰ ਆਪਣੇ ਕੋਲ ਤੁਕਾਂ ਕਿੰਨੀਆਂ ਨੇ। ਤੁਕਾਂ ਸਾਥੀਓ ਜੇਤ ਸ਼ਬਦ ਤੋਂ ਸ਼ੁਰੂ ਹੋ ਕੇ ਗੰਢ ਸ਼ਬਦ ਤੱਕ ਆਪਣੇ ਕੋਲੇ ਤੁਕ ਆ ਗਈ ਹੈ। ਫਿਰ ਦੂਸਰੀ ਜਿਹੜੀ ਤੁਕ ਹੈ ਪੱਲਾ ਸ਼ਬਦ ਤੋਂ ਸ਼ੁਰੂ ਹੋ ਕੇ ਗੰਢ ਸ਼ਬਦ ਤੱਕ ਤੁਕ ਆ ਗਈ ਹੈ। ਤੀਸਰੀ ਜਿਹੜੀ ਹੈ ਭੱਲਾ ਸ਼ਬਦ ਤੋਂ ਸ਼ੁਰੂ ਹੋ ਕੇ ਗੰਢ ਸ਼ਬਦ ਤੱਕ ਤੁਕ ਆ ਗਈ ਹੈ। ਫਿਰ ਘੁੱਟ ਸ਼ਬਦ ਤੋਂ ਸ਼ੁਰੂ ਹੋ ਕੇ ਤੇ ਗੰਢ ਸ਼ਬਦ ਤੱਕ ਆਪਣੇ ਕੋਲੇ ਤੁਕ ਆ ਗਈ ਹੈ। ਹੁਣ ਦੂਜੀ ਗੱਲ ਆਈ ਸੀ ਤੁਕਾਂਤ ਮੇਲ। ਹੁਣ ਪਹਿਲੀ ਤੁਕ ਦਾ ਅੰਤ ਸੀ ਗੰਢ, ਦੂਜੀ ਤੁਕ ਦਾ ਅੰਤ ਹੈ ਗੰਢ,
तीजी तुक का अंत है गंढ, चौथी तुक का अंत है गंढ। फिर इस तो बाद गल आ गई सी साथियों कि एक तुक के अंदर दो चरण, यानी जे तू पंध जिंदगी का है सौख नाल कटना है, दुनिया के लोभ वाली मोढियों उतार गंढ, ये तो होगी तुक। पर इस दे अंदर जो इत्थे ए दे उपर आके आपां पहले विश्राम नालों थोड़ा जिहा ज़्यादा रुके तो फिर इस तो बाद असी दूसरी असी चरण के वाल चले गए, तो इत्थों लैके इन्ना जिहड़ा हिस्सा है ये अपने को एक चरण के तौर पर आ गया। इनू आपां की कहांगे, चरण आवांगे। एक ये इत्थों लैके यानी जे शब्द तो लैके तो गंढ शब्द तक तो अपने कोल सी तुक। हुण इस तुक के दो अपने को चरण हो गए, एक ये चरण हो गया तो दूसरा चरण ये हो गया। एक तुक के अंदर चार विश्राम सी, पहला विश्राम, दूसरा विश्राम, तीसरा विश्राम तो चौथा विश्राम। चौथी गल ये सी अपने को कि एक चरण के अंदर दो विश्राम सन, यानी ये पूरा का पूरा चरण हो गया तो इस चरण के अंदर एक तो दो विश्राम आ गए। आ चरण हो गया एक विश्राम तो दो विश्राम आ गए। कुल मिला के ये कहिए कि ये सारे नियम ने जोड़े वो अपने को किस छंद के ने, ये ने हमेशा ही आपां नूं ये कबित छंद के नियम ने। हुण आपां चलदे हाँ कि इस दे वर्णां की गिणती दे वल, कि ये वर्णां की गिणती भी कबित छंद के उपर लागू होंदी है। कबित छंद की जिहड़े वर्णां की गिणती है वो इस कावी टोटे के उपर लागू होंदी है जां नहीं, जे होंदी है तो वो अपना कबित छंद हो जाएगा। आपां इस दे अंदर मात्रा नूं कोई नोटिस नहीं करना, मात्रा की वल बिल्कुल नहीं ध्यान देना, आपां सिर्फ ध्यान देना है वर्णां दे वल। हुण इस दे अंदर जे यानी एक वर्ण हो गया, फिर तू ये भी एक हो गया, पंध पै ते दै यानी ये अपने कोले दो हो गए। फिर जिंदगी, जिंदगी के अंदर अपने कोले किन्ने वर्ण आ गए, तीन आ गए। दा दे अंदर कितना वर्ण आ गया, एक आ गया। तो यह अपने को टोटल किन्ने हो गए साथियों, दो ते दो, एक प्लस एक यानी दो, फिर प्लस दो यानी चार, प्लस तीन यानी सत्त, प्लस एक यानी अठ, यानी टोटल अपने को किन्ने हो गए, अठ हो गए। यानी असी ये कहिए कि पहले विश्राम से आपां किन्ने वर्ण मिले, अठ वर्ण मिले। आ देखो इत्थे अठ की गिणती भी लिख रखी है, ये वाला अठ। फिर हुण चलते हैं आपां दूसरे विश्राम के वल। सौख, सौख के अंदर दो अखर ने यानी दो वर्ण है। नाल शब्द के अंदर दो अखर ने यानी दो वर्ण है। कटना शब्द के अंदर तीन अखर ने यानी तीन वर्ण है। तो ये शब्द के अंदर एक अखर है यानी एक वर्ण है। दो तो दो चार, चार तो तीन सत्त, सत्त तो एक अठ। तो दूसरे विश्राम से भी अपने को किन्ने वर्ण होने चाहिए, अठ। अठ प्लस अठ आ गए। हुण इस तो बाद आप चल रहे हैं तीसरे विश्राम के वल, यानी दूसरे चरण के पहले विश्राम के वल। दुनिया, दुनिया शब्द के अंदर किन्ने विश्राम आ गए, विश्राम नहीं सत्य किन्ने वर्ण आ गए, तीन आ गए, दै नै ते ए। फिर दै शब्द के अंदर कितना वर्ण आ गया, एक आ गया। लोभ के अंदर किन्ने आ गए, दो आ गए। तो वाली शब्द के अंदर किन्ने आ गए, दो आ गए। हुण किन्ने हो गए अपने को, तीन ते एक चार, चार ते दो छे, छे ते दो अठ। यानी तीसरा जिहड़ा विश्राम सी उस दे अंदर भी आपां नूं किन्ने वर्ण मिले, अठ मिले। फिर इस तो बाद मोढिओ उतार गंढ। हुण मोढिओ शब्द एक दो तीन, यानी मोढिओ शब्द के अंदर अपने को किन्ने आ गए, तीन वर्ण आ गए। उतार शब्द के अंदर किन्ने वर्ण आ गए, तीन वर्ण आ गए। तो गंढ शब्द के अंदर किन्ने आ गए साथियों, दो आ गए। तीन प्लस दो यानी तीन ते तीन छे ते दो अठ। तीसरे के अंदर भी किन्ने आ गए अपने, चौथे के अंदर भी किन्ने आ गए, अठ। यानी अठ प्लस अठ प्लस अठ प्लस अठ यानी अठ चौका 32, अठ अठ 16, 16 ते अठ 24 अठ 32। यानी अपने को टोटल वर्ण किन्ने आ गए है, एक जी अपने को तुक सी उस दे अंदर 32 वर्ण आ गए है। जदों किसी कविता के अंदर 31 या फिर 32 वर्ण होण तो वह किहड़ा छंद होएगा, वो कबित छंद होएगा। साथियों ऐसे तरीके नाल ही आपां इसकी पहचान करनी है। मैनूं लगदा कि आपनूं ये गल समझ आ गई होएगी कि आपां किवें पहचान कीती है। हुण आपां इसकी दूसरी पंक्ति वल जा रहे हैं, यानी दूजी तुक दे वल जा रहे हैं। पल्ला दो आ गए, फड़ दो आ गए, घुट दो आ गए, के एक आ गए, तो तू एक आ गया। ये टोटल कितने हो गए, 8 हो गए।
फिर जग दो आ गए, दो वर्ण आप वर्ण काउंट कर रहे हैं। जग शब्द के अंदर दो वर्ण है, विच शब्द के अंदर दो वर्ण है, एक शब्द के अंदर दो वर्ण है, दा शब्द के अंदर एक वर्ण है, तो ही शब्द के अंदर एक वर्ण है। तो टोटल कितने वर्ण हो गए अपने को? 8। 8 + 8 यानी 16 वर्ण हो गए। यानी एक चरण के अंदर अपने को 16 वर्ण हो गए। तो दो चरणों के अंदर कितने होने चाहिए ने? 32, 31 या फिर 32 होने चाहिए। फिर इसे तरीके नाल जणी खणी नाल पिया एवें ना प्यार गंढ। हुण इहदे अंदर भी 8 + 8 यानी 8 + 8 16 तो 8 + 8 यानी 16 तो 16 32। टोटल कितने वर्ण हो गए अपने को साथियों? 32 वर्ण हो गए। यही नियम पूरी कविता के अंदर चलता रहता है। एक तुक के अंदर 32 वर्ण आते रहते हैं, कई बार 31 भी हो जाते हैं। इस तरीके के जो कोई नियम की पालना कर रहा हो काव्य टोटा, तो वो हमेशा ही कवित छंद होंदा है। मैनू लगता है कि साथियों आपको कवित छंद की पहचान करने का तरीका समझ आ गया होगा। ये आपको नियम याद रखने ही पैणगे, इसका कोई इलाज नहीं। नियम गरंटेड आपको याद रखने पैणगे। आपको पता होना चाहिए इस गल का कि कवित छंद वर्णिक है, तो दूजी ये गल पता होनी चाहिए कि ये अंदर 31 या 32 वर्ण होंगे हैं। जे इन्नी क गल भी अपने दिमाग के अंदर याद रह जाती है तो आप बहुत हद तक पहचान करने से कामयाब हो जाते हैं। हुण अगे मैं दो काव्य टोटे होर लैके उन्होंने सिर्फ आप गल ही करनी है। उन्होंने वर्णों की गिनती साथियों तुसीं करके देखना। जेकर फिर भी खरी ना उतरे या तुहानूं पता ना चले तो कमेंट करके मैनूं रिप्लाई करना, तो मैं फिर तो आपको वो पैरा समझावांगा कि एक किवें 31 या फिर 32 वर्ण होए, किवें यह कवित छंद की पूर्ति कर रहा है। हुण अपने कोल एक होर काव्य टोटा जिहड़ा आ गया है, हुण आपां वो देखांगे। सब तो पहले एक काव्य टोटा पढ़ांगे आप, तीर की लिखी हुई कविता का काव्य टोटा है। चल मना तूरी चल सच्चे राह लक बन, पुज उस दारी उत्ते जिथे अंत जाना है। रिखी मुनि जपी तपी साध जप जोगियां दा, आसरा है ओह सच्चा ओह ही टिकाना है। उस दे ध्यान विच रात दिन वस बदलो, जूना जमा नरकों तो उसे ही बचाना है। वल छल दगा झूठ चोरी ठगी पाप छड्ड, हो जा सीधा तीर वांग राह जे तू पाना है। इस कविता के अंदर भी साथियों 31 या फिर 32 वर्णों का विधान है, तो यह कवित छंद है। आप पहलियां दो तुकां का ही देखांगे। चल शब्द के अंदर 2, मना के अंदर 2, तुरी के अंदर 2, तो चल के अंदर 2 यानी 2 + 2 + 2 + 2 यानी 8। फिर अगे 2 2 4 2 6 तो 2 8 यानी 8 + 8 हो गए। 2 2 4 2 6 तो 2 8 यानी तीसरे के अंदर भी 8 हो गए। 2 2 4 2 6 तो 1 7, इसके अंदर 7 आ गए। हुण यानी 8 + 8 + 8 + 7 यानी टोटल कितने वर्ण हो गए? 31 वर्ण हो गए। ये सारी पूरी कविता के अंदर 31 वर्णों का विधान ही चल रहा है। तुसीं अगे नोटिस करना, वीडियो में तुसीं रोक के इसकी पहचान करना, पता करना कि किवें अगलियां जिहड़ियां तुकां ने उसके अंदर 31 वर्ण हो रहे हैं। जेकर ना हो तो कमेंट करके मैनूं रिप्लाई करना, फिर मैं दोबारा तो फिर समझावांगा कि किवें 31 या फिर 32 वर्ण होए। जेकर तुसीं पंजाबी ਸਾਹਿਤ ਦੇ ਨਾਲ जुड़े रहना चाहुंदे हो तो ये टॉपिक तुहानूं क्लीयर करने ही पैणगे। फिर आप एक पैरा होर देखांगे साथियों। ये पैरे तो बाद मैनूं लगदा कि आपको समझ आ जाएगा कवित छंद के बारे। तो हुण आप जो यह गल देखते हैं, अपने को जो पैरा आ जाता है साथियों, तो ये अंदर अपने को सब तो पहले तो आप यह काव्य टोटा ही पढ़ लेने जो गल आ गई है। ककरा ने लुट पुट नंग कर छड्डे रुख, हो गए निहाल अज पुंगर के डालियां। डालियां कचाह वांग कूलियां नूं जिंद पई, आलणे दे बोट वांग खंभियां उछालियां। बागां विच बूटियां ने डोडियां उभारियां ते, मिट्ठी मिट्ठी पौण आके सुत्तियां उठालियां। खिड़ खिड़ हसदियां वसदा जहान वेख, गुट उत्ते केसरी गुलाब उत्ते लालियां। ये चातरिक की कविता के अंदरों आपां इसके अंदर पहली तुक है जी उसका ही आप वर्णों की गिनती करांगे तो पता लावांगे कि यह 31 या 32 वर्ण है या नहीं है। तो हुण ककरा शब्द के अंदर 3 वर्ण, मैं शब्द के अंदर 1, 3 ते 1 4, 4 ते 2 6, 6 ते 2 8, 8 की पूर्ति हो रही है साथियों। फिर 2 ते 2 4, 2 6 ते 2 8 यानी दूसरे जी अपने को
विश्राम आ गया ਉਹਦੇ ਅੰਦਰ ਵੀ 8 ਹੋ ਰਹੇ ਨੇ। 1 ਤੇ 2 3 3 ਤੇ 3 6 6 ਤੇ 2 8 ਯਾਨੀ ਤੀਸਰੇ ਦੇ ਅੰਦਰ ਵੀ 8 ਪੂਰੇ ਹੋ ਰਹੇ ਨੇ। ਹੁਣ ਚੌਥੇ ਆਪਣੇ ਵਿਸ਼ਰਾਮ ਵੱਲ ਚੱਲਦੇ ਹਾਂ। 3 ਤੇ 1 4 4 ਤੇ 3 7 ਯਾਨੀ ਚੌਥੇ ਦੇ ਅੰਦਰ ਆਪਣੇ ਕੋਲ 7 ਆ ਗਏ। ਜਦੋਂ ਕਿਸੇ ਕਾਵੀ ਟੋਟੇ ਦੇ ਅੰਦਰ ਇੱਕ ਤੁਕ ਦੇ ਅੰਦਰ 8 + 8 + 8 ਜਾਂ ਫਿਰ दूसरा तरीका आ जाता 8 + 8 + लास्ट के अंदर 7 का आ जाए यानी 31 या फिर 32 वर्णों का विधान आ जाए तो उसनों आप किहड़े छंद के नाम देंगे, उसनों आप कबैत छंद का नाम देंगे। अगले दिन आए तुकां ने तुसियां डालियां खचावां कूलियां नूं जिंद पई आलणे दे बोटां वांगू खंडियां उछालियां। तो इस दे तुसीं वर्णों की काउंटिंग करके देखना 31 या फिर 32 इस दे अंदर 31 आएगी क्योंकि ये 31 का विधान चल रहा है। कई कबित छंदों के अंदर 32 का विधान चलता है। 31 या 32 कोई भी हो दोनों ही कबित होंगे नहीं। मैनू लगता है साथियों कि आपने कबित छंद की पहचान करनी आ गई होगी। जेकर इस दे बारे फिर भी कोई गुंजाइश रह गई हो तो कमेंट करके जरूर दसना। मैं दोबारा तो कोशिश कराँगा कि इसमें होर तरीके दे नाल समझाया जाए तो पॉइंट आपका क्लीयर किया जाए। ज़्यादा सिलेबस के वाल ना दौड़ के पॉइंट टू पॉइंट आप उसनूं क्लीयर करांगे। ये साफ हो जाएगी गल जदों कि ये बई मैं सीख गया हुण इस दे अंदर मैं कोई भी भरम नहीं पालांगा या फिर भुलेखा नहीं खावांगा तो फिर किते असीं कामयाबी दे वल अगे बढ़ सकते हैं। तो यही इस चैनल का उद्देश्य है कि पंजाबी साहित्य के हर एक टॉपिक को अपने विद्यार्थियों के नाल साझा करना। तो ऐसे तरीके नाल साथियों तुसीं चैनल ते जुड़े रहना। अगे फिर मैं एक नवा छंद लैके हाज़र होवांगा। आप उसके अंदर करांगे पहचान कि उस दे किहड़े ने नियम तो किवें उसनूं आपां परख सकते हाँ एक छंद दे दृष्टिकोण तो या फिर वो मात्रिक छंद गणित या फिर वर्णिक। तो ऐसे तरीके नाल चैनल में प्यार ते सत्कार दिंदे रहना। मिलते हैं एक होर वीडियो के अंदर, उदों तक दे लई धन्नवाद साथियों।